ਹੈਲੋ एवरीवन। ਇਸ ਵੀਡੀਓ ਵਿੱਚ ਆਪਾਂ 7th ਕਲਾਸ ਦਾ ਮੈਥ ਵਿਸ਼ੇ ਦਾ ਨਵੰਬਰ ਦਸੰਬਰ ਵਿੱਚ ਹੋਣ ਵਾਲੀਆਂ 22 ਮੰਥਲੀ ਪ੍ਰੀਖਿਆਵਾਂ ਦੀ ਤਿਆਰੀ ਦੇ ਲਈ ਇੱਕ ਸੈਂਪਲ ਪੇਪਰ ਹੱਲ ਕਰਾਂਗੇ। ਜੇਕਰ ਤੁਸੀਂ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਆਉਣ ਵਾਲੀ ਵੀਡੀਓਜ਼ ਦੀ ਅਪਡੇਟ ਦੇ ਲਈ WhatsApp ਚੈਨਲ ਨੂੰ ਵੀ ਫੋਲੋ ਕਰੋ। ਫਸਟਲੀ ਦੇਖੋ ਰਾਜੇ ਆਪਣੇ ਕੋਲ MCQ ਨੇ। ਫਸਟ ਆਪਣੇ ਕੋਲ ਕੀ ਕਿਹਾ ਗਿਆ ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ। ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ। ਹੁਣ ਇੱਥੇ ਦੇਖੋ 0 ਤੇ -4/9 ਦੇ ਵਿੱਚੋਂ ਪੁੱਛਿਆ ਗਿਆ ਵੀ ਕਿਹੜੇ ਵਾਲੀ ਸੰਖਿਆ ਵੱਡੀ ਹੈ ਤੇ ਕਿਹੜੀ ਛੋਟੀ ਹੈ। ਆਪਾਂ ਨੂੰ ਪਤਾ ਹੈ ਵੀ ਮਾਈਨਸ ਵਾਲੀਆਂ ਸੰਖਿਆਵਾਂ ਕੀ ਹੁੰਦੀਆਂ ਨੇ, ਛੋਟੀਆਂ। ਨੈਗੇਟਿਵ ਨੰਬਰਸ ਕੀ ਹੁੰਦੇ ਨੇ, ਸਮੋਲ ਹੁੰਦੇ ਨੇ। ਕਿਸ ਤੋਂ? 0 ਤੋਂ। ਤਾਂ ਆਪਣੇ ਕੋਲ 0 ਕੀ ਹੋਗੀ, ਵੱਡੀ ਹੋਗੀ -4/9 ਤੋਂ। ਤਾਂ ਆਪਣੇ ਕੋਲ ਆਂਸਰ ਕੀ ਆ ਗਿਆ, A ਆਪਸ਼ਨ। ਅੱਗੇ ਦੇਖੋ ਸੈਕਿੰਡ 4/7 ਹੈ। ਇਹ ਕਿਸ ਦੇ ਬਰਾਬਰ ਕਹਾਂਗੇ ਆਪਣੇ ਕੋਲੇ, ਬਟੇ 'ਚ ਕਿੰਨਾ 14। 7 ਨੂੰ ਰਜ਼ੇ ਆਪਾਂ 2 ਨਾਲ ਗੁਣਾ ਕਰਾਂਗੇ ਤਾਂ ਕਿੰਨਾ ਹੋਊਗਾ 14। ਤਾਂ ਉੱਪਰ ਵੀ ਕਿੰਨੇ ਨਾਲ ਮਲਟੀਪਲਾਈ ਕਰਨਾ ਪਊਗਾ 2 ਨਾਲ। 4 2 ਦਾ ਕਿੰਨਾ ਹੋ ਗਿਆ 8। ਤਾਂ ਆਪਣੇ ਕੋਲੇ ਆਂਸਰ ਕੀ ਆ ਗਿਆ, D ਆਪਸ਼ਨ। ਨੈਕਸਟ ਦੇਖੋ ਫਾਈਂਡ ਦਾ ਏਰੀਆ ਆਫ ਦਾ ਗਿਵਨ ਟ੍ਰਾਇੰਗਲ। ਇੱਥੇ ਆਪਣੇ ਕੋਲ ਇੱਕ ਤ੍ਰਿਭੁਜ ਦਿੱਤੀ ਗਈ ਹੈ। ਇਸ ਦਾ ਪਤਾ ਕੀ ਕਰਨਾ ਆਪਾਂ ਨੇ, ਏਰੀਆ ਮਤਲਬ ਖੇਤਰਫਲ। ਜਦੋਂ ਰਜ਼ੀ ਆਪਣੀ ਕੋਲ ਸਮਕੋਣ ਤ੍ਰਿਭੁਜ ਮਤਲਬ ਰਾਈਟ ਐਂਗਲ ਟ੍ਰਾਇੰਗਲ ਦਿੱਤੀ ਹੋਵੇ ਤਾਂ ਉਸ ਦੇ ਲਈ ਏਰੀਆ ਕੱਢਣ ਦਾ ਫਾਰਮੂਲਾ ਕੀ ਹੁੰਦਾ ਹੈ, ਏਰੀਆ ਆਫ ਟ੍ਰਾਇੰਗਲ ਕਿਸ ਦੇ ਇਕੁਅਲ ਹੋਗਾ, ਹਾਫ ਬੇਸ ਇਨਟੂ ਹਾਈਟ, ਬੇਸ ਮਲਟੀਪਲਾਈ ਹਾਈਟ। ਕੀ ਕਹਿ ਸਕਦੇ ਹਾਂ ਆਪਾਂ, 1/2 ਗੁਣਾ ਆਧਾਰ ਗੁਣਾ ਲੰਬ। ਹੁਣ ਦੇਖੋ ਰਜ਼ੀ ਆਧਾਰ ਕਿੰਨਾ ਦਿੱਤਾ ਗਿਆ ਆਪਣੇ ਕੋਲੇ 6 ਸੈਂਟੀਮੀਟਰ, ਲੰਬ ਕਿੰਨਾ ਆਪਣੇ ਕੋਲੇ 9। ਕਟਿੰਗ ਕਰ ਦੋ ਤਾਂ ਕੀ ਬਚ ਗਿਆ 3 ਗੁਣਾ 9, 3 9 27। ਤਾਂ ਆਪਣੇ ਕੋਲੇ ਏਰੀਆ ਕਿੰਨਾ ਆ ਗਿਆ 27 ਸੈਂਟੀਮੀਟਰ ਸਕੁਅਰ। ਅਗਲਾ ਸਵਾਲ ਦੇਖੋ ਇੱਥੇ ਆਪਣੇ ਕੋਲੇ ਪੁੱਛੇ ਕੀ ਗਿਆ, ਕੋਫੀਸ਼ੀਐਂਟ ਪੁੱਛਿਆ ਗਿਆ ਕਿਸ ਦਾ, x ਦਾ, ਮਤਲਬ x ਦਾ ਗੁਣਾਕ ਦੱਸਣਾ। ਹੁਣ ਦੇਖੋ ਰਾਜੇ ਇੱਥੇ ਕੀ ਲਿਖਿਆ ਗਿਆ 8 - x। ਤਾਂ x ਦੇ ਅੱਗੇ ਕਿੰਨਾ ਲੱਗਿਆ ਹੋਇਆ, ਮਾਈਨਸ। ਅੱਗੇ ਕੁਛ ਨਹੀਂ ਲੱਗਿਆ ਤਾਂ ਕੀ ਲਗਾ ਦਾਂਗੇ 1। ਤਾਂ ਆਪਣੇ ਕੋਲੇ x ਦਾ ਗੁਣਾ ਕਿੰਨਾ ਆ ਗਿਆ -1। ਕੋਫੀਸ਼ੀਐਂਟ ਆਫ x ਇਜ਼ ਇਕੁਅਲ ਟੂ -1। ਨੈਕਸਟ ਦੇਖੋ ਆਪਣੇ ਕੋਲ ਟਰੂ ਫੋਲਸ ਨੇ। ਫਸਟ ਕੀ ਕਿਹਾ ਗਿਆ, ਦਾ ਨੰਬਰ -4/12 ਇਜ਼ ਗ੍ਰੇਟਰ ਦੈਨ ਦਾ ਨੰਬਰ -8/12। ਇਹਨਾਂ ਦੇ ਵਿੱਚੋਂ ਆਪਣੇ ਤੋਂ ਕੀ ਪੁੱਛੇ ਗਏ, ਜਿਵੇਂ ਦੋ ਨੰਬਰ ਦਿੱਤੇ -4/12 ਤੇ 8/12। ਇੱਥੇ ਇਹਨੂੰ ਹੱਲ ਕਰਕੇ ਕਿੰਨਾ ਆ ਜਾਊਗਾ 4 ਤੀਏ 12। ਇਹਨੂੰ ਹੱਲ ਕਰਕੇ -2/3। ਹੁਣ ਦੇਖੋ ਰਾਜੇ -1/3 ਤੇ -2/3 ਦੇ ਵਿੱਚੋਂ ਕਿਹੜੇ ਵਾਲਾ ਵੱਡਾ ਹੈ, -1/3। ਮਤਲਬ -4/12 ਵਾਲੀ ਟਰਮ ਕੀ ਹੈ, ਵੱਡੀ ਹੋ ਗਈ -8/12 ਵਾਲੀ ਤੋਂ। ਇਹ ਪੁੱਛਿਆ ਗਿਆ ਸੀ ਵੀ ਸੰਖਿਆ -4/12 ਸੰਖਿਆ -8/12 ਤੋਂ ਕੀ ਹੈ, ਵੱਡੀ। ਤਾਂ ਪਹਿਲੇ ਵਾਲਾ ਕੀ ਹੋ ਗਿਆ, ਟਰੂ, ਸਹੀ। ਅਗਲਾ ਦੇਖੋ 5 ਦੀ ਪਾਵਰ 2, ਉਸ ਦੀ ਪਾਵਰ ਅੱਗੇ ਕਿੰਨੀ ਦਿੱਤੀ ਗਈ 3। ਇਹ ਕਹਿੰਦੇ ਕਿ 5/6 ਦੇ ਬਰਾਬਰ ਹੈ। ਦੇਖੋ ਇੱਥੇ ਕੀ ਕਰਾਂਗੇ, ਪਾਵਰ ਸੀ ਮਲਟੀਪਲਾਈ। 3 2 ਦਾ ਕਿੰਨਾ ਆ ਜਾਊਗਾ 6। ਤਾਂ ਆਪਣੇ ਕੋਲ ਕਿਸ ਦੀ ਇਕੁਅਲ ਆ ਗਿਆ 5 ਦੀ ਪਾਵਰ 6। ਇੱਥੇ ਵੀ ਇਹੀ ਕਿਹਾ ਗਿਆ ਸੀ। ਤਾਂ ਆਪਣੇ ਕੋਲ ਸੈਕਿੰਡ ਵਾਲਾ ਵੀ ਕੀ ਹੋ ਗਿਆ, ਟਰੂ। ਨੈਕਸਟ ਦੇਖੋ ਅੱਗੇ ਆਪਣੇ ਕੋਲ ਕੀ ਨੇ, ਫਿਲਪਸ ਨੇ। ਪਹਿਲੀ ਕੀ ਆਪਣੇ ਕੋਲ ਦਾ ਸਟੈਂਡਰਡ ਫਾਰਮ ਆਫ ਦਾ ਰੈਸ਼ਨਲ ਨੰਬਰ -21/28। ਇਸ ਦਾ ਕੀ ਦੱਸਣਾ ਆਪਾਂ ਨੇ, ਮਿਆਰੀ ਰੂਪ। ਤਾਂ ਦੋਨੋਂ ਕਿਸ ਦੇ ਪਹਾੜੇ ਦੇ ਆਉਂਦੇ ਆਪਣੇ ਕੋਲ 7 ਦੇ। 7 ਤੀਏ 21, 7 ਚੌਕੇ 28। ਤਾਂ ਆਪਣੇ ਕੋਲ ਕਿੰਨਾ ਆ ਗਿਆ -3/4। ਨੈਕਸਟ ਦੇਖੋ ਇਸ ਦੇ ਵਿੱਚ ਕੀ ਆਪਣੇ ਕੋਲੇ -5/8 ਦੀ ਪਾਵਰ ਕਿੰਨੀ ਦਿੱਤੀ ਗਈ ਹੈ, 0। ਅਗਰ ਕਿਸੇ ਵੀ ਨੰਬਰ ਦੀ ਪਾਵਰ ਆਪਣੇ ਕੋਲ 0 ਹੋਵੇ ਤਾਂ ਉਸਦਾ ਆਲਵੇਜ਼ ਆਂਸਰ ਕਿੰਨਾ ਆਉਂਦਾ ਹੈ, 1। ਇਸ ਦੇ ਵਿੱਚ ਆਂਸਰ ਕਿੰਨਾ ਆ ਜਾਊਗਾ 1। ਅੱਗੇ ਦੇਖੋ ਰਾਜੇ 2 ਮਾਰਕਸ ਵਾਲੀ ਕੁਐਸਚਨ ਹੈ ਆਪਣੇ ਕੋਲ। ਫਸਟ ਆਪਣੇ ਕੋਲ ਕੀ ਹੈ, ਸਰਲ ਕਰਨਾ ਹੈ -3। ਫਿਰ ਅੱਗੇ ਕੀ ਕਿਹਾ ਗਿਆ -2 ਦੀ ਪਾਵਰ 3। -2 ਦੀ ਪਾਵਰ 3 ਦਾ ਮਤਲਬ ਕੀ ਹੈ, ਆਪਾਂ -2 ਨੂੰ ਕਿੰਨੇ ਵਾਰ ਮਲਟੀਪਲਾਈ ਕਰਾਂਗੇ, 3 ਵਾਰ। ਜਦੋਂ 3 ਵਾਰ ਮਲਟੀਪਲਾਈ ਕਰਾਂਗੇ ਤਾਂ ਕਿੰਨਾ ਆ ਜਾਊਗਾ -8। ਹੁਣ ਇੱਥੇ -3 ਦੀ -8 ਨਾਲ ਗੁਣਾ ਕਰਕੇ ਕਿੰਨਾ ਆ ਜਾਊਗਾ ਆਪਣੇ ਕੋਲੇ 24। ਤਾਂ ਆਪਣੇ ਕੋਲੇ ਆਂਸਰ ਕਿੰਨਾ ਆ ਗਿਆ 24। ਫੋਰਥ ਦਾ ਆਪਣੇ ਕੋਲ ਆਂਸਰ ਕਿੰਨਾ ਆ ਜਾਊਗਾ 24। ਕਲੀਅਰ। ਨੈਕਸਟ ਦੇਖੋ ਜੀ 4 ਮਾਰਕਸ ਵਾਲੀ ਕੁਐਸਚਨ। ਫਸਟ ਕੀ ਕਿਹਾ ਗਿਆ, ਆਈਡੈਂਟੀਫਾਈ ਦਾ ਟਰਮਸ ਐਂਡ देयर ਫੈਕਟਰਸ ਆਫ ਦ ਐਕਸਪ੍ਰੈਸ਼ਨ ਦਿਸ ਐਂਡ ਆਲਸੋ ਰਿਪਰੈਜ਼ੈਂਟ them ਯੂਜ਼ਿੰਗ ਅ
ट्री डायग्राम व्यंजक 12x + y + 7x ਦੇ ਪਦ ਵੀ ਦੱਸਣੇ ਆ ਤੇ ਆਪਾਂ ਨੇ ਕੀ ਦੱਸਣੇ ਆ ਨਾਲ ਗੁਣਨਖੰਡਾਂ ਨੂੰ ਵੀ ਦੱਸਣਾ ਤੇ ਦਰਕ ਚਿੱਤਰ ਦੀ ਸਹਾਇਤਾ ਨਾਲ ਕੀ ਹੈ ਦਰਸਾਉਣਾ। ਇਸ ਦੇ ਵਿੱਚ ਦੇਖੋ ਰਾਜੇ ਆਪਣੇ ਕੋਲੇ ਟਰਮਸ ਕਿਹੜੀਆਂ ਨੇ 12xy ਫਸਟ ਟਰਮ ਕੀ ਹੋਗੀ 12xy ਤੇ ਸੈਕਿੰਡ ਵਾਲੀ ਕਿਹੜੀ ਹੋਗੀ 7x। ਫਿਰ ਹੁਣ ਆਪਾਂ ਨੇ ਇਸ ਦੀ ਕੀ ਦੱਸਣੀ ਹੈ ਫੈਕਟਰਸ मतलब गुणनखंड 12xy ਦੇ ਅਗਰ ਆਪਾਂ ਫੈਕਟਰਸ ਦੇਖੀਏ ਤਾਂ ਕੀ ਆਊਗਾ ਇੱਕ ਤਾਂ x ਆ ਗਈ ਇੱਕ y 12 ਦੇ ਫੈਕਟਰ ਆਪਾਂ ਕਿਵੇਂ ਕਰ ਲਾਂਗੇ ਪ੍ਰਾਈਮ ਫੈਕਟਰਾਈਜੇਸ਼ਨ ਪਹਿਲਾਂ 2 ਤੇ ਭਾਗ ਕਰਕੇ ਕਿੰਨਾ ਆ ਗਿਆ 6 ਫਿਰ 2 ਤੇ ਭਾਗ ਕਰਕੇ 3 ਤਾਂ ਆਪਾਂ ਇਹਨੂੰ ਕੀ ਲਿਖ ਦਾਂਗੇ ਵੀ 2 ਦੀ ਪਾਵਰ 2 ਤੇ ਇੱਕ ਕੀ ਹੈ ਇਸ ਦਾ ਫੈਕਟਰ 3 ਕਲੀਅਰ। ਨੈਕਸਟ ਟਰਮ ਕੀ ਸੀ ਆਪਣੀ ਕੋਲੇ 7x ਤਾਂ ਇਹਦੇ ਫੈਕਟਰਸ ਕੀ ਆ ਗਏ ਇੱਕ 7 ਆ ਗਿਆ ਤੇ ਇੱਕ ਕੀ ਆ ਗਿਆ ਆਪਣੀ ਕੋਲੇ x ਕਲੀਅਰ। नेक्स्ट क्वेश्चन देखो राजे अपने को डिवाइड द फॉलोइंग एक्सप्रैशंस इनटू मोनोनोमियल बाइनोमियल एंड ट्राइनोमियल ਹੇਠ ਦਿੱਤੇ ਵਿਅੰਜਕਾਂ ਨੂੰ ਇੱਕ ਪਦੀ ਦੋ ਪਦੀ ਅਤੇ ਤਿੰਨ ਪਦੀ ਦੇ ਰੂਪ ਵਿੱਚ ਵੰਡੋ। ਹੁਣ ਦੇਖੋ ਰਾਜੇ ਮੋਨੋਨੋਮੀਅਲ ਦਾ ਮਤਲਬ ਕੀ ਆਪਣੇ ਕੋਲੇ ਜਿਸ ਦੇ ਵਿੱਚ ਇੱਕ ਟਰਮ ਹੋਵੇ ਉਸ ਨੂੰ ਆਪਾਂ ਕੀ ਕਹਿੰਦੇ ਇੱਕ ਪਦੀ। ਅਗਰ ਆਪਣੇ ਕੋਲੇ ਦੋ ਟਰਮਸ ਨੇ ਤਾਂ ਆਪਾਂ ਕੀ ਕਹਾਂਗੇ ਬਾਈਨੋਮੀਅਲ ਬਾਈ ਦਾ ਮਤਲਬ ਕੀ ਹੁੰਦਾ ਆਪਣੇ ਕੋਲੇ 2। ਨੈਕਸਟ ਕੀ ਆਪਣੇ ਕੋਲੇ ਟਰਾਈਨੋਮੀਅਲ ਮਤਲਬ ਜਿਸ ਦੇ ਵਿੱਚ ਤਿੰਨ ਟਰਮਸ ਹੋਣ। ਹੁਣ ਦੇਖੋ ਅਗਰ ਆਪਾਂ ਏ ਦੇ ਵਿੱਚ ਦੇਖੀਏ ਕਿੰਨੀਆਂ ਟਰਮਸ ਨੇ ਇੱਕ ਤਾਂ 7x ਹੋ ਗਈ ਇੱਕ 3y ਦੋ ਟਰਮਸ ਨੇ ਤਾਂ ਆਪਾਂ ਇਹਨੂੰ ਕੀ ਕਹਾਂਗੇ ਬਾਈਨੋਮੀਅਲ ਦੋ ਪਦੀ। ਅੱਗੇ ਦੇਖੋ ਇਸ ਦੇ ਵਿੱਚ ਵੀ ਕਿੰਨੀਆਂ ਟਰਮਸ ਨੇ ਆਪਣੇ ਕੋਲੇ ਦੋ ਨੇ ਤਾਂ ਆਪਣੇ ਕੋਲ ਇਹ ਵੀ ਕੀ ਹੋਗੀ ਬਾਈਨੋਮੀਅਲ। ਨੈਕਸਟ ਦੇ ਵਿੱਚ ਆਪਣੇ ਕੋਲੇ ਕਿੰਨੀਆਂ ਟਰਮਸ ਨੇ ਟਰਮਸ ਕਿੰਨੀਆਂ ਨੇ ਆਪਣੇ ਕੋਲ ਇਸ ਦੇ ਵਿੱਚ ਤਿੰਨ ਕਿਹੜੇ ਕਿਹੜੇ ਵਾਲੀਆਂ ਹੋ ਗਈਆਂ ax by² cz² ਤਾਂ ਆਪਾਂ ਇਹਨੂੰ ਕੀ ਕਹਾਂਗੇ ਟਰਾਈਨੋਮੀਅਲ। ਨੈਕਸਟ ਦੇਖੋ ਕੱਲਾ 10 ਹੈ ਤੇ ਕਿੰਨੀਆਂ ਟਰਮਸ ਹੋ ਗਈਆਂ ਇੱਕ ਜੇ ਇੱਕ ਟਰਮ ਹੈ ਤਾਂ ਆਪਾਂ ਇਹਨੂੰ ਕੀ ਕਹਾਂਗੇ ਇੱਕ ਪਦੀ ਮਤਲਬ ਮੋਨੋਨੋਮੀਅਲ। ਨੈਕਸਟ ਦੇਖੋ ਅੱਗੇ ਆਪਣੇ ਕੋਲੇ 6 ਮਾਰਕਸ ਵਾਲੀ ਕੁਐਸਚਨ ਹੈ। ਫਸਟ ਕੀ ਕਿਹਾ ਗਿਆ ਹੇਠ ਦਿੱਤੇ ਵਿੱਚੋਂ ਕਿਸ ਦਾ ਖੇਤਰਫਲ ਜ਼ਿਆਦਾ ਹੈ ਤੇ ਕਿੰਨਾ। ਆਪਣੇ ਏਰੀਆ ਦੱਸਣਾ ਵੀ ਕਿਸ ਦਾ ਜ਼ਿਆਦਾ ਹੈ ਤੇ ਕਿੰਨਾ ਜ਼ਿਆਦਾ ਹੈ। ਪਹਿਲੇ ਵਾਲੇ 'ਚ ਕੀ ਪੁੱਛਿਆ ਗਿਆ ਵੀ ਇੱਕ ਰੈਕਟੈਂਗਲ ਹੈ ਜਿਸ ਦੀ ਲੈਂਥ ਕਿੰਨੀ ਹੈ 15 ਸੈਂਟੀਮੀਟਰ ਤੇ ਬ੍ਰੈਥ ਕਿੰਨੀ ਹੈ 5.4 ਸੈਂਟੀਮੀਟਰ ਤੇ ਦੂਸਰੀ ਸ਼ੇਪ ਕੀ ਆਪਣੇ ਕੋਲੇ ਸਰਕਲ ਹੈ ਜਿਸ ਦਾ ਡਾਇਆਮੀਟਰ ਕਿੰਨਾ ਦਿੱਤਾ ਗਿਆ 5.6 ਸੈਂਟੀਮੀਟਰ। ਹੁਣ ਆਪਣੇ ਦੱਸਦੇ ਵੀ ਇਹਨਾਂ ਦੋਨਾਂ ਦੇ ਵਿੱਚ ਕਿਸ ਦਾ ਖੇਤਰਫਲ ਜ਼ਿਆਦਾ ਹੈ ਤੇ ਕਿੰਨਾ। ਸਭ ਤੋਂ ਪਹਿਲਾਂ ਰਜ਼ੇ ਆਪਾਂ ਕੀ ਕਰਾਂਗੇ ਇਹਨਾਂ ਦੋਨਾਂ ਦਾ ਕੀ ਪਤਾ ਕਰਾਂਗੇ ਏਰੀਆ ਮਤਲਬ ਖੇਤਰਫਲ। ਪਹਿਲਾਂ ਆਪਣੀ ਕੋਲ ਕੀ ਹੈ ਆਇਤ ਆਇਤ ਦਾ ਖੇਤਰਫਲ ਕਿਸ ਦੇ ਬਰਾਬਰ ਹੁੰਦਾ ਏਰੀਆ ਆਫ ਰੈਕਟੈਂਗਲ ਲੈਂਥ ਮਲਟੀਪਲਾਈ ਬ੍ਰੈਥ ਲੰਬਾਈ ਗੁਣਾ ਚੌੜਾਈ। ਹੁਣ ਦੇਖੋ ਇੱਥੇ ਲੈਂਥ ਕਿੰਨੀ ਦਿੱਤੀ ਗਈ ਹੈ 15 ਚੌੜਾਈ ਕਿੰਨੀ ਦਿੱਤੀ ਗਈ ਹੈ 5.4 ਇਹਨਾਂ ਦੋਨਾਂ ਦੀ ਗੁਣਾ ਕਰ ਦਿਓ। ਇੱਥੇ ਰਜ਼ੀ ਅਗਰ ਆਪਾਂ ਪੁਆਇੰਟ ਨੂੰ ਹੱਲ ਕਰਨਾ ਹੈ ਤਾਂ ਬਟੇ 'ਚ ਕਿੰਨਾ ਲਾ ਦਾਂਗੇ 10। ਹੁਣ ਆਪਾਂ ਇਸ ਦੀ ਕੀ ਕਰ ਦਾਂਗੇ ਕਟਿੰਗ 5 ਦੀ 15 5 ਦੂਣੀ 10 2 ਦੇ ਪਹਾੜੇ 'ਤੇ ਕੱਟ ਕੇ ਦੇਖ ਲਓ ਕਿੰਨਾ ਆ ਗਿਆ ਇੱਥੇ 27 ਤਾਂ ਆਪਣੇ ਕੋਲ ਕੀ ਬਚ ਗਿਆ 27 ਗੁਣਾ 3 ਗੁਣਾ ਕਰ ਦਿਓ 81 ਤਾਂ ਆਪਣੀ ਕੋਲ ਕਿੰਨਾ ਆ ਗਿਆ ਖੇਤਰਫਲ 81 ਸੈਂਟੀਮੀਟਰ ਸਕੁਅਰ। ਹੁਣ ਦੇਖੋ ਦੂਸਰੀ ਸ਼ੇਪ ਕੀ ਦਿੱਤੀ ਗਈ ਆਪਣੀ ਕੋਲੇ ਸਰਕਲ ਇਸ ਦਾ ਕੀ ਦਿੱਤਾ ਗਿਆ ਡਾਇਆਮੀਟਰ। ਜਦੋਂ ਆਪਾਂ ਨੇ ਦੱਸੀ ਏਰੀਆ ਆਫ ਸਰਕਲ ਫਾਈਂਡ ਆਊਟ ਕਰਨਾ ਹੈ ਤਾਂ ਆਪਣੇ ਕੋਲੇ ਕੀ ਫਾਰਮੂਲਾ ਹੁੰਦਾ ਹੈ ਏਰੀਆ ਆਫ ਸਰਕਲ ਦਾ ਚੱਕਰ ਦਾ ਖੇਤਰਫਲ ਕੀ ਹੁੰਦਾ ਪਾਈ r ਸਕੁਅਰ ਤਾਂ ਆਪਾਂ ਨੂੰ ਕੀ ਚਾਹੀਦਾ ਰੇਡੀਅਸ। ਡਾਇਆਮੀਟਰ ਆਪਣੇ ਕੋਲ ਕਿੰਨਾ ਦਿੱਤਾ ਹੋਇਆ 5.6 ਸੈਂਟੀਮੀਟਰ। ਪਹਿਲਾਂ ਆਪਾਂ ਕੀ ਪਤਾ ਕਰਾਂਗੇ ਰੇਡੀਅਸ ਪਤਾ ਕਰਨ ਲਈ ਇਹਨੂੰ ਕਿੰਨੇ ਨਾਲ ਡਿਵਾਈਡ ਕਰ ਦਾਂਗੇ ਆਪਾਂ 2 ਨਾਲ ਤਾਂ ਆਪਣੇ ਕੋਲ ਕਿੰਨਾ ਆ ਜਾਊਗਾ 2.8 ਸੈਂਟੀਮੀਟਰ। ਇੱਥੇ ਭਰ ਦਿਓ ਰਾਜ਼ੀ ਪਾਈ ਦੀ ਵੈਲਿਊ y/7 r ਦੀ ਜਗ੍ਹਾ ਤੇ 2.8 ਸਕੁਅਰ ਹੈ ਤਾਂ ਕਿੰਨੇ ਵਾਰ ਲਿਖ ਦਾਂਗੇ 2 ਵਾਰ। ਪੁਆਇੰਟ ਹਟਾ ਦਿਓ ਬਟੇ 'ਚ ਕਿੰਨਾ ਆ ਜਾਊਗਾ ਆਪਣੇ ਕੋਲੇ 10। ਇੱਥੇ ਆਪਣੇ ਕੋਲੇ ਮਲਟੀਪਲਾਈ ਕਰਕੇ ਕਿੰਨਾ ਆ ਜਾਊਗਾ 24.64 ਸੈਂਟੀਮੀਟਰ ਸਕੁਅਰ। ਹੁਣ ਦੇਖੋ ਰਾਜ਼ੀ ਆਪਣੇ ਕੋਲੇ ਆਇਤ ਦਾ ਖੇਤਰਫਲ ਕਿੰਨਾ ਆ ਗਿਆ ਸੀਗਾ 81 ਸੈਂਟੀਮੀਟਰ ਸਕੁਅਰ ਤੇ ਆਪਣੇ ਕੋਲੇ ਸਰਕਲ ਚੱਕਰ ਦਾ ਖੇਤਰਫਲ ਕਿੰਨਾ ਆ ਗਿਆ 24.64 ਤਾਂ ਆਪਾਂ ਨੂੰ ਇੱਥੋਂ ਦੇਖਣ ਤੋਂ ਕੀ ਪਤਾ ਲੱਗ ਰਿਹਾ ਵੀ ਕਿਸ ਦਾ ਖੇਤਰਫਲ ਜ਼ਿਆਦਾ ਹੈ ਆਇਤ ਦਾ।
ਫਿਰ ਕੀ ਪੁੱਛਿਆ ਗਿਆ ਸੀ ਵੀ ਕਿੰਨਾ ਜ਼ਿਆਦਾ, ਮਤਲਬ ਆਪਾਂ ਕੀ ਕਰਨੇ ਇਹਨਾਂ ਦਾ ਅੰਤਰ ਕਰਨ ਦਾ ਮਤਲਬ ਕਿ ਆਪਾਂ 81 ਚੋਂ 24.64 ਘਟਾ ਦਾਂਗੇ। ਇਸ ਦਾ ਰਾਜ਼ੀ ਆਂਸਰ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਘਟਾ ਕੇ ਆਪਣੇ ਕੋਲੇ ਕਿੰਨਾ ਆਊਗਾ। ਨੈਕਸਟ ਕੁਐਸਚਨ ਦੇਖੋ ਰਾਜ਼ੀ, ਇਸ ਦੇ ਨਾਲ ਔਰ ਦੇ ਵਿੱਚ ਆਪਣੇ ਕੋਲੇ ਕੀ ਕਿਹਾ ਗਿਆ ਹੈ, ਆਪਣੇ ਫਾਈਂਡ ਕਰਨੀ ਆਪਣੇ ਵੈਲਿਊ ਆਫ ਐਕਸ ਇਨ ਦਾ ਗਿਵਨ ਪੈਰਲੋਗ੍ਰਾਮ। ਸਮਾਂਤਰ ਚਤੁਰਭੁਜ ਦੇ ਵਿੱਚ ਕੀ ਪਤਾ ਕਰਨੀ ਹੈ, ਐਕਸ ਦੀ ਵੈਲਿਊ। ਇੱਥੇ ਦੇਖੋ ਆਪਣੇ ਕੋਲੇ ਕੀ ਹੈ, ਡਾਇਗਰਾਮ ਦਿੱਤੀ ਗਈ ਹੈ। ਡਾਇਗਰਾਮ 'ਚ ਆਪਣੇ ਕੋਲ ਕੀ ਦਿੱਤਾ ਗਿਆ, ਇੱਕ ਪੈਰਲੋਗ੍ਰਾਮ ਦਿੱਤੀ ਗਿਆ। ਪਤਾ ਕੀ ਕਰਨੀ ਆਪਣੀ ਐਕਸ ਦੀ ਵੈਲਿਊ। ਹੁਣ ਦੇਖੋ ਰਾਜ਼ੀ, ਏਰੀਆ ਆਫ ਪੈਰਲੋਗ੍ਰਾਮ ਕਿਸ ਦੇ ਇਕੁਅਲ ਹੁੰਦਾ ਆਪਣੇ ਕੋਲੇ, ਆਧਾਰ ਗੁਣਾ ਲੰਬ, ਬੇਸ ਮਲਟੀਪਲਾਈ ਹਾਈਟ। ਹੁਣ ਦੇਖੋ ਅਗਰ ਆਪਾਂ ਪਹਿਲਾਂ ਇੱਥੇ ਦੇਖੀਏ ਤਾਂ ਆਪਣੇ ਕੋਲ ਲੰਬ ਕੀ ਹੋ ਗਿਆ, AD, ਤੇ ਆਧਾਰ ਕੀ ਹੋ ਗਿਆ, X, ਤੇ ਇਹਨਾਂ ਦੀ ਗੁਣਾ ਕਰਕੇ ਆਪਣੇ ਕੋਲ ਕੀ ਆ ਜਾਊਗਾ, ਏਰੀਆ। ਇੱਥੇ ਰਾਜ਼ੀ ਪਹਿਲਾਂ ਲਿਖ ਲਓ ਚਾਹੀਦੀ ਵੀ AD ਗੁਣਾ AV। ਫਿਰ ਸੈਕਿੰਡਲੀ ਅਗਰ ਆਪਾਂ ਦੇਖੀਏ ਆਪਣੇ ਕੋਲ ਇੱਕ ਲੰਬ ਹੋਰ ਕੀ ਹੈ, ਇੱਥੇ ਨਾਮ ਦੇ ਲਓ ਆਪਣੇ ਕੋਲ E, BE, ਗੁਣਾ ਕੀ ਹੋਊਗਾ, ਆਧਾਰ, ਇਸ ਲਈ ਆਧਾਰ ਕੀ ਹੈ, AD। ਹੁਣ ਇੱਥੇ ਵੈਲਿਊਜ਼ ਫਿਲ ਕਰ ਦਾਂਗੇ ਆਪਾਂ। AD ਕਿੰਨੀ ਦਿੱਤੀ ਗਈ ਹੈ ਆਪਣੇ ਕੋਲੇ, 7 ਸੈਂਟੀਮੀਟਰ। AV ਆਪਾਂ ਨੂੰ ਪਤਾ ਨਹੀਂ, X ਹੈ। BE ਕਿੰਨੀ ਆਪਣੇ ਕੋਲੇ, BE 9, ਤੇ ਆਪਣੀ ਕੋਲੇ AD ਕਿੰਨੀ ਹੈ, 5.6। ਇੱਥੇ ਰਾਜ਼ੀ ਪੁਆਇੰਟ ਦਾ ਨਾਮ ਨਹੀਂ ਦਿੱਤਾ, ਇੱਥੇ ਚਾਹੇ ਤੁਸੀਂ F ਰੱਖ ਲਓ, ਤੇ ਇੱਥੇ ਆਪਣੇ ਕੋਲ ਕੀ ਆਊਗਾ, AF। ਹੁਣ ਇੱਥੇ ਹੱਲ ਕਰ ਦਿਓ, 5.6 ਦਾ ਪੁਆਇੰਟ ਹੱਲ ਕਰਕੇ ਕਿੰਨਾ ਹੋਊਗਾ, ਬਟੇ 'ਚ 10, 7 ਗੁਣਾ 'ਚ ਸੀ, ਤੇ ਇਹ ਵਾਲਾ 7 ਕਿਸ 'ਚ ਆ ਗਿਆ, ਬਟੇ ਦੇ ਵਿੱਚ। 7 8 56, 9 8 ਕਿੰਨਾ ਹੁੰਦਾ ਹੈ, 72, ਬਟੇ 'ਚ ਕਿੰਨਾ ਪਿਆ, 10। ਤਾਂ ਆਪਣੇ ਕੋਲ ਐਕਸ ਕਿੰਨਾ ਹੀ ਆ ਗਈ ਇੱਥੇ, 72/10, ਮਤਲਬ ਕਿੰਨੀ ਹੋ ਗਈ ਐਕਸ ਦੀ ਵੈਲਿਊ 7.2। ਆਪਣੇ ਕੋਲ ਐਕਸ ਕਿੰਨੀ ਆ ਗਈ, 7.2 ਸੈਂਟੀਮੀਟਰ। ਆਈ ਹੋਪ ਕਿ ਤੁਹਾਨੂੰ ਇਸ ਵੀਡੀਓ ਵਿੱਚ ਸਾਰੇ ਸਵਾਲ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਮੈਥ ਵਿਸ਼ੇ ਨਾਲ ਸੰਬੰਧਿਤ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਆਪਣੇ ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ। ਥੈਂਕ ਯੂ।